ਅਕਾਲ ਜੀ। ਪ੍ਰਾਈਮ ਪੰਜਾਬੀ 'ਚ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਅਸੀਂ ਤੁਹਾਡੇ ਵਾਸਤੇ ਇੱਕ ਹੋਰ ਸੈਗਮੈਂਟ ਲੈ ਕੇ ਆਏ ਹਾਂ, ਖਾਸ ਮੁਲਾਕਾਤ। ਐਂਡ ਅੱਜ ਅਸੀਂ ਤੁਹਾਡੇ ਵਾਸਤੇ ਇਸ ਖਾਸ ਮੁਲਾਕਾਤ ਦੇ ਸੈਗਮੈਂਟ ਵਿੱਚ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ ਰਵੀਨਾਜੀਤ ਕੌਰ ਨਾਲ, ਜਿਨ੍ਹਾਂ ਨੇ ਆਪਣੇ ਬਚਪਨ ਤੋਂ ਹੀ ਲੈ ਕੇ ਆਪਣਾ ਸਾਰਾ ਕਰੀਅਰ, ਆਪਣੀ ਸਾਰੀ ਲਾਈਫ ਮਿਊਜ਼ਿਕ ਨੂੰ ਹੀ ਡੈਡੀਕੇਟ ਕੀਤੀ ਹੈ। ਐਂਡ ਵੈਲਕਮ ਜੀ ਰਵੀਨਾਜੀਤ ਕੌਰ ਮੈਮ ਜੀ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਵੈਰੀ ਮਚ ਫॉर ਕਮਿੰਗ ਔਨ ਖਾਸ ਮੁਲਾਕਾਤ ਸ਼ੋ। ਐਂਡ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਟਾਈਮ ਦਿੱਤਾ ਇੱਥੇ ਆ ਕੇ ਮਿਲਣ ਦਾ ਤੁਹਾਨੂੰ ਜੀ। ਐਂਡ ਅਸੀਂ ਸਾਡਾ ਮੇਨ ਮਕਸਦ ਇੱਥੇ ਆਉਣ ਦਾ ਆਹੀ ਸੀ ਕਿ ਅਸੀਂ ਤੁਹਾਡੇ ਤੋਂ ਜਾਣਨਾ ਚਾਹੁੰਦੇ ਸੀ ਕਿ ਜਿਵੇਂ ਤੁਸੀਂ ਲਾਈਕ ਆਪਣਾ ਸਾਰੇ ਅਸੀਂ ਸੁਣਿਆ ਕਿ ਤੁਸੀਂ ਆਪਣਾ ਸਾਰਾ ਕਰੀਅਰ ਹੈ ਨਾ, ਸਾਰੀ ਲਾਈਫ ਤੁਸੀਂ ਮਿਊਜ਼ਿਕ ਨੂੰ ਡੈਡੀਕੇਟ ਕੀਤੀ ਹੈ। ਐਂਡ ਤੁਸੀਂ ਸਾਨੂੰ ਦੱਸੋਗੇ ਕਿ ਤੁਹਾਡੀ ਸ਼ੁਰੂਆਤ ਕਿੱਥੋਂ ਹੋਈ, ਲਾਈਕ ਕਦੋਂ ਤੋਂ ਤੁਸੀਂ ਮਿਊਜ਼ਿਕ ਸਿੱਖਣਾ ਸ਼ੁਰੂ ਕੀਤਾ? ਜੀ, ਮਿਊਜ਼ਿਕ ਸਿੱਖਣਾ ਤੇ ਬਚਪਨ ਤੋਂ ਜਿਸ ਤਰ੍ਹਾਂ ਸਾਰੇ ਬੱਚਿਆਂ ਨੂੰ ਅਸੀਂ ਈਵਨ ਸਾਰੇ ਪੇਰੈਂਟਸ ਆਪਣੇ ਬੱਚਿਆਂ ਨੂੰ ਮਿਊਜ਼ਿਕ ਸਿਖਾਉਣ ਵਾਸਤੇ ਭੇਜਦੇ ਆ, ਈਵਨ ਸਾਨੂੰ ਵੀ ਇਸ ਤਰ੍ਹਾਂ ਹੀ ਭੇਜਿਆ ਗਿਆ। ਸ਼ੁਰੂਆਤ ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ ਤੋਂ, ਕਿਉਂਕਿ ਮੈਂ ਚੰਡੀਗੜ੍ਹ ਦੀ ਰਹਿਣ ਵਾਲੀ ਹਾਂ। ਅਤੇ ਉਹ ਉਸ ਵੇਲੇ ਪ੍ਰਾਚੀਨ ਕਲਾ ਕੇਂਦਰ ਇੱਕ ਛੋਟਾ ਜਿਹਾ ਸਕੂਲ ਹੁੰਦਾ ਸੀ। ਨਾ ਹੁਣ ਉਹ ਬਹੁਤ ਵੱਡੀ ਯੂਨੀਵਰਸਿਟੀ ਬਣ ਚੁੱਕੀ ਹੈ, ਰੈਕਗਨਾਈਜ਼ ਯੂਨੀਵਰਸਿਟੀ, ਜਿਹਦੇ ਤੋਂ ਵਰਲਡ ਵਾਈਡ ਜਿਹੜੇ ਸਟੂਡੈਂਟਸ ਹੈ ਉੱਥੋਂ ਡਿਗਰੀਆਂ ਕਰਦੇ ਨੇ। ਸਾਨੂੰ ਉੱਥੇ ਭੇਜਿਆ ਜਾਂਦਾ ਸੀ ਸੰਗੀਤ ਸਿੱਖਣ ਵਾਸਤੇ। ਫਿਰ ਉਸ ਤੋਂ ਬਾਅਦ ਵਿੱਚ ਫਿਰ ਜਿਸ ਤਰ੍ਹਾਂ ਅੱਗੇ ਵਧੇ ਅਤੇ ਹੋਰ ਵੀ ਬਹੁਤ ਸਾਰੇ ਉਸਤਾਦਾਂ ਤੋਂ ਸਿੱਖਣ ਦਾ ਮੌਕਾ ਮਿਲਿਆ। ਜਿਸ ਤਰ੍ਹਾਂ ਲਾਈਕ ਫਿਰ ਮੈਂ ਦਿੱਲੀ ਆ ਗਈ। ਦਿੱਲੀ ਮੈਂ ਸ਼ਾਂਤੀ ਹੀਰਾਨੰਦ ਜੀ ਤੋਂ ਮੈਨੂੰ ਮੌਕਾ ਮਿਲਿਆ ਕਿ ਮੈਂ ਉਹਨਾਂ ਤੋਂ ਸਿੱਖ ਸਕਾਂ। ਬਹੁਤ ਵੱਡੀ ਹਸਤੀ ਹੋਏ ਆ ਉਹ, ਬੇਗਮ ਅਖਤਰ ਦੇ ਸ਼ਾਗਿਰਦ ਸੀਗੇ ਉਹ। ਅਤੇ ਆਈ ਯੂਜ਼ ਟੂ ਗੋ, ਮੈਂ ਇੱਕ ਘੰਟਾ ਮੈਨੂੰ ਇੱਕ ਹਫ਼ਤੇ ਵਿੱਚ ਮਿਲਦਾ ਸੀ ਉਹਨਾਂ ਤੋਂ। ਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਸੀਗਾ ਕਿ ਜਿਸ ਤਰ੍ਹਾਂ ਉਹ ਇੱਕ ਘੰਟਾ ਮੇਰੇ ਲਈ ਬਹੁਤ ਵੈਲਿਊਏਬਲ ਸੀਗਾ। ਅਤੇ ਔਰ ਮੈਂ ਉਹ ਇੱਕ ਛੋਟਾ ਜਿਹਾ ਵਾਕਮੈਨ ਰੱਖਿਆ ਹੋਇਆ ਸੀ, ਜਿੰਨੀ ਵੀ ਮੇਰੀ ਉਹਨਾਂ ਦੀ ਹੁੰਦੀ ਸੀ ਮੈਂ ਉਹ ਰਿਕਾਰਡ ਕਰਕੇ ਲਿਆਉਂਦੀ ਸੀ। ਪੂਰਾ ਹਫ਼ਤਾ ਉਹ ਉਹਦੇ ਨਾਲ ਪ੍ਰੈਕਟਿਸ ਕਰਦੇ ਰਹਿਣਾ। ਅਤੇ ਫਿਰ ਉਸ ਤੋਂ ਬਾਅਦ ਵਿੱਚ ਹੋਰ ਵੀ ਬਹੁਤ ਸਾਰੇ ਉਸਤਾਦਾਂ ਤੋਂ ਸਿੱਖਣ ਦਾ ਮੌਕਾ ਮਿਲਿਆ। ਪੰਡਿਤ ਕੈਲਾਸ਼ ਪਵਾਰ ਵੀ ਮੇਰੇ, ਮੈਂ ਉਹਨਾਂ ਤੋਂ ਸਿਤਾਰ ਵੀ ਸਿੱਖਿਆ। ਅਤੇ ਲਾਈਕ ਗਾਣੇ 'ਚ ਵੀ ਉਹਨਾਂ ਤੋਂ ਮੈਂ ਬਹੁਤ ਕੁਛ ਮੈਨੂੰ ਸਿੱਖਣ ਦਾ ਚਾਂਸ ਮਿਲਿਆ। ਜੀ, ਅਸੀਂ ਲਾਈਕ ਜਾਣਨਾ ਚਾਹਿਆ ਕਿ ਤੁਸੀਂ 올 ਇੰਡੀਆ ਰੇਡੀਓ 'ਚ ਵੀ ਜਿਵੇਂ ਇੰਡੀਅਨ ਕਲਾਸੀਕਲ ਸਿੰਗਰ ਵੋਕਲਿਸਟ ਰਹਿ ਚੁੱਕੇ ਹੋ। ਜੀ ਜੀ ਜੀ, ਬਿਲਕੁਲ। ਉਹ ਮੌਕਾ ਤੁਹਾਨੂੰ ਕਿਵੇਂ ਮਿਲਿਆ? ਲਾਈਕ ਤੁਸੀਂ ਜਦੋਂ ਆਲਰੇਡੀ ਆਪਣੇ ਮਾਸਟਰ ਜੀ ਤੋਂ ਸਿੱਖਦੇ ਸੀ, ਉਹਨਾਂ ਨੇ ਤੁਹਾਨੂੰ ਚਾਂਸ ਦਿਵਾਇਆ? ਕਿਵੇਂ ਇਹ ਹੋ ਬਣਿਆ? ਜੀ ਨਹੀਂ, ਇਸ ਤਰ੍ਹਾਂ ਕੁਛ ਨਹੀਂ। ਆਲ ਇੰਡੀਆ ਰੇਡੀਓ 'ਚ ਤਾਂ ਈਵਨ ਸਭ ਤਰ੍ਹਾਂ ਦੇ ਈਵਨ ਬੱਚੇ ਵੀ ਪ੍ਰੋਗਰਾਮ ਦਿੰਦੇ ਆ। ਅਤੇ ਮੈਂ ਖੈਰ ਇੰਨੀ ਬਚਪਨ 'ਚ ਨਹੀਂ ਸ਼ੁਰੂ ਕੀਤਾ। ਮੈਂ ਕਾਫੀ ਵੱਡੀ ਜਦੋਂ ਮੈਂ 20-25 ਸਾਲਾਂ ਦੀ ਸੀ, ਉਦੋਂ ਆਈ ਸਟਾਰਟਡ ਆਡੀਸ਼ਨ। ਜਿੱਦਾਂ ਬੀ ਹਾਈ ਗ੍ਰੇਡ ਆਰਟਿਸਟ ਸੀਗੀ ਮੈਂ ਇਹਨਾਂ ਦੀ। ਅਤੇ ਪੰਡਿਤ ਕੈਲਾਸ਼ ਪਵਾਰ ਉਦੋਂ ਆਲ ਇੰਡੀਆ ਰੇਡੀਓ 'ਤੇ ਹੀ ਹੁੰਦੇ ਸੀਗੇ। ਅਤੇ ਇਹਨਾਂ ਦੇ ਥਰੂ ਐਕਚੁਅਲੀ ਮੈਨੂੰ ਚਾਂਸ ਮਿਲਿਆ। ਚਾਂਸ ਤਾਂ ਕਿਸੇ ਨੂੰ ਵੀ ਮਿਲ ਸਕਦਾ ਸੀ, ਬਟ ਇਹਨਾਂ ਨੇ ਮੈਨੂੰ ਮੋਟੀਵੇਟ ਕੀਤਾ ਕਿ ਆਈ ਸ਼ੁੱਡ ਸਿੰਗ ਫॉर ਦਾ ਰੇਡੀਓ ਐਜ਼ ਵੈਲ। ਅਤੇ ਫਿਰ ਉੱਥੇ ਕਾਫੀ ਸਾਲਾਂ ਤੱਕ ਕੰਮ ਕੀਤਾ ਆਲ ਇੰਡੀਆ ਰੇਡੀਓ 'ਤੇ। ਮਤਲਬ ਤੁਹਾਨੂੰ ਲਾਈਕ ਐਜ਼ ਅ ਪ੍ਰੋਫੈਸ਼ਨ ਇਹ ਮਿਊਜ਼ਿਕ ਇੰਡਸਟਰੀ 'ਚ ਆਉਂਦੇ ਵੀ ਕਿ ਉਹਨਾਂ ਤੋਂ ਮਿਲੀ ਸੀ ਇੰਸਪੀਰੇਸ਼ਨ? ਹਾਂਜੀ ਨਹੀਂ, ਇੰਸਪੀਰੇਸ਼ਨ ਜਿਸ ਤਰ੍ਹਾਂ ਬਚਪਨ ਤੋਂ ਸ਼ੌਕ ਬਹੁਤ ਸੀਗਾ ਮੈਨੂੰ। ਆਈ ਡੋਂਟ ਨੋ, ਕੋਈ ਸ਼ਾਇਦ ਮੈਂ ਤਾਂ ਇਸ ਤਰ੍ਹਾਂ ਸੋਚਦੀ ਹਾਂ ਕਿ ਇਹ ਜਿਹੜਾ ਸੰਗੀਤ ਦਾ ਸ਼ੌਕ ਐਸੇ ਜਨਮ 'ਚ ਨਹੀਂ ਹੁੰਦਾ, ਕਈ ਜਨਮਾਂ ਤੋਂ ਤੁਰਿਆ ਆਉਂਦਾ ਹੈ। ਤੁਹਾਡੀਆਂ ਸਟੇਜਿਸ ਹੁੰਦੀਆਂ ਨੇ, ਐਸੇ ਏਜ ਦੇ ਵਿੱਚ ਮੈਂ ਸਟੇਜ 'ਤੇ ਪਹੁੰਚੀ ਹਾਂ। ਐਂਡ ਜਿਵੇਂ ਕਿ ਤੁਸੀਂ ਕਿਹਾ ਕਿ ਤੁਸੀਂ ਆਲ ਇੰਡੀਆ ਰੇਡੀਓ ਵੋਕਲਿਸਟ ਵੀ ਰਹੇ ਹੋ, ਐਂਡ ਤੁਸੀਂ ਜਿਵੇਂ ਸਿੱਖਣ ਵੀ ਜਾਂਦੇ ਸੋ ਗਾਣ ਵਾਸਤੇ, ਕਿ ਪੁਰਾਣੇ ਜ਼ਮਾਨੇ 'ਚ ਤਾਂ ਜਿਵੇਂ ਬਹੁਤ ਕੀ ਹੁੰਦਾ ਕਿ ਕਹਿੰਦੇ ਹੁੰਦੇ ਸਨ ਕਿ ਨਹੀਂ ਤੂੰ ਇੱਕ ਇਹੋ ਜਿਹੇ ਕੰਮ ਕਰ ਰਹੀ ਹੈ ਨਾ, ਕਿ ਕੁੜੀਆਂ ਨੂੰ ਬਹੁਤ ਲਾਈਕ ਰਿਸਟ੍ਰਿਕਸ਼ਨਸ ਹੁੰਦੀਆਂ ਸੀ। ਕਿ ਤੁਹਾਨੂੰ ਵੀ ਕਿਸੇ ਪ੍ਰੋਬਲਮ ਨੂੰ ਫੇਸ ਕਰਨਾ ਪਿਆ ਐਵੇਂ ਦੀ? ਜੀ ਜੀ, ਬਿਲਕੁਲ ਬਿਲਕੁਲ ਫੇਸ ਕਰਨਾ ਪਿਆ। ਮੈਨੂੰ ਵੀ ਫੇਸ ਕਰਨਾ ਪਿਆ, ਕਿਉਂਕਿ ਮੇਰਾ ਬੈਕਗਰਾਊਂਡ ਹੈ, ਮੈਂ ਵੀ ਸਿੱਖ ਫੈਮਿਲੀ ਤੋਂ ਆਉਂਦੀ ਹਾਂ। ਥੋੜ੍ਹੀ ਕੰਜ਼ਰਵੇਟਿਵ ਟਾਈਪ ਦੀ ਫੈਮਿਲੀ ਸੀ। ਅਤੇ ਲੇਕਿਨ ਹਾਂ, ਇੱਕੋ ਸ਼ੌਕ ਸੀਗਾ ਮਿਊਜ਼ਿਕ ਦਾ, ਹੋਰ ਕੋਈ ਸ਼ੌਕ ਨਹੀਂ ਸੀ। ਲੇਕਿਨ ਕਿਉਂਕਿ ਜਿਹੜੀ ਮੇਰੀ ਪੜ੍ਹਾਈ ਲਿਖਾਈ 'ਚ ਮੈਂ ਚੰਗੀ ਸੀਗੀ, ਅਤੇ ਪੇਰੈਂਟਸ ਨੂੰ ਇੱਦਾਂ ਲੱਗਦਾ ਸੀ ਕਿ ਚੱਲ ਅਗਰ ਥੋੜ੍ਹਾ ਜਿਹਾ ਕੁਛ ਇਹਦਾ ਸ਼ੌਕ ਪੂਰਾ ਕਰਨਾ ਚਾਹੁੰਦੀ ਹੈ ਤਾਂ ਮੈਨੂੰ ਅਲਾਊਡ ਸੀਗਾ। ਜਦ ਕਿ ਮੈਂ ਚੰਡੀਗੜ੍ਹ ਜਦੋਂ ਮੈਂ ਪੜ੍ਹਦੀ ਸੀ ਅਤੇ ਮੈਂ ਹੋਸਟਲ 'ਚ ਰਹਿੰਦੀ ਸੀਗੀ, ਅਤੇ ਸਾਡੇ ਜਿਹੜੇ ਪੇਰੈਂਟਸ ਹੈ ਉਹ ਬਾਹਰ ਦੁਬਈ 'ਚ ਸੀਗੇ। ਅਤੇ
ਜਿਹੜਾ ਜਿੱਦਾਂ ਹੋਸਟਲ ਦੇ ਵਿੱਚ ਕੋਈ ਟੀਚਰਸ ਨਹੀਂ ਸੀ ਆ ਸਕਦੇ ਮਿਊਜ਼ਿਕ, ਅਤੇ ਮੈਨੂੰ ਬਾਹਰ ਜਾਣਾ ਪੈਂਦਾ ਸੀ ਸਿੱਖਣ ਵਾਸਤੇ, ਅਤੇ ਉਹ ਵੀ ਮੇਰੇ ਪੇਰੈਂਟਸ ਨੇ ਅਲਾਓ ਕਰਵਾਇਆ ਸੀ, ਮੇਰੇ ਆਈ ਪਰਮਿਸ਼ਨ ਲਈ ਸੀ ਸਪੈਸ਼ਲ, ਕਿਉਂਕਿ ਮੈਂ ਆਈ ਵਾਜ਼ ਗੁੱਡ ਇਨ ਸਟੱਡੀਜ਼, ਅਤੇ ਉਹਨਾਂ ਨੂੰ ਲੱਗਿਆ ਕਿ ਠੀਕ ਹੈ, ਕੋਈ ਦਿੱਕਤ ਨਹੀਂ ਹੈ। ਹਾਂ, ਥੋੜ੍ਹਾ ਜਿਹਾ ਮੇਰੀ ਮਦਰ ਨੂੰ ਲੱਗਦਾ ਹੁੰਦਾ ਸੀ ਕਿ ਜਦੋਂ ਅਸੀਂ ਸਵੇਰੇ ਸਵੇਰੇ ਉੱਠ ਕੇ ਅਰਲੀ ਮੋਰਨਿੰਗ ਪ੍ਰੈਕਟਿਸ ਕਰਨਾ, ਜਦੋਂ ਕਦੇ ਘਰੇ ਹੁੰਦੇ ਸੀਗੇ, ਫਿਰ ਤਾਨਪੁਰੇ ਨਾਲ ਖਰਜ ਨੂੰ ਸਾਧਨਾ, ਜਾਂ ਮੈਂ ਆਪਣੇ ਪਲਟਿਆਂ ਦੀ ਪ੍ਰੈਕਟਿਸ ਕਰਨੀ ਅਰਲੀ ਮੋਰਨਿੰਗ, ਅਤੇ ਕਹਿੰਦੇ ਹੁੰਦੇ ਸੀ ਇਹ ਕੀ ਐਵੇਂ ਕੀ ਕਰਦੀ ਰਹਿੰਦੀ ਹੈ, ਕੁਝ ਗਾ ਤਾਂ ਸਹੀ। ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਖਾਲੀ ਜਿਹੜੇ ਪੰਜਾਬੀ ਲੋਕ ਗੀਤ ਹੀ ਗਾ ਰਹੇ ਆ, ਬਸ ਉਹੀ ਗਾਣਾ ਹੁੰਦਾ ਹੈ, ਜਿੱਦਾਂ ਉਹ ਉਸ ਤਰ੍ਹਾਂ ਹੀ ਗਾਏ ਜਾਂਦੇ ਨੇ, ਉਹਦੇ ਲਈ ਕੋਈ ਖਾਸ ਪ੍ਰੈਕਟਿਸ ਦੀ ਲੋੜ ਨਹੀਂ ਪੈਂਦੀ। ਮਤਲਬ ਇਸ ਤਰ੍ਹਾਂ ਦੀਆਂ ਥੋੜ੍ਹੀਆਂ ਪ੍ਰੋਬਲਮਸ ਹੁੰਦੀਆਂ ਸੀਗੀਆਂ ਕਿ ਉਹਨਾਂ ਨੂੰ ਕਿਸ ਤਰ੍ਹਾਂ ਸਮਝਾਇਆ ਜਾਵੇ ਕਿ ਲਾਈਕ, ਬਾਕੀ ਅਦਰਵਾਈਜ਼ ਇੰਨਾ ਕੁਝ ਖਾਸ ਨਹੀਂ। ਪਰ ਜ਼ਿਆਦਾ ਸਪੋਰਟਿਵ ਕੌਣ ਸੀ, ਤੁਹਾਡੇ ਮਦਰ ਸੀ? ਆਈ ਥਿੰਕ ਫਾਦਰ। ਆਲਰਾਈਟ। ਐਂਡ ਜੇ ਆਪਾਂ ਕਹੀਏ ਕਿ ਤੁਹਾਡਾ, ਜਿਵੇਂ ਕਿ ਤੁਸੀਂ ਆਪਣੇ ਕਰੀਅਰ ਨੂੰ ਆਲ ਇੰਡੀਆ ਵੋਕਲਿਸਟ ਤੁਸੀਂ ਕੀਤਾ, ਇੰਨਾ ਵਧੀਆ ਚੱਲ ਰਿਹਾ ਸੀ, ਹੈ ਨਾ, ਸਾਰਾ ਕਰੀਅਰ ਪ੍ਰੋਫੈਸ਼ਨ, ਫਿਰ ਤੁਸੀਂ ਲਾਈਕ ਉਹਨੂੰ ਕੈਰੀ ਔਨ ਕੀਤਾ, ਜਾਂ ਉਸ ਤੋਂ ਬਾਅਦ ਫਿਰ ਤੁਸੀਂ ਅੱਗੇ ਹੋਰ ਵੀ ਕੁਝ ਕੀਤਾ? ਲਾਈਕ ਕਿਉਂਕਿ ਸਾਨੂੰ ਪਤਾ ਕਿ ਤੁਸੀਂ ਇੱਥੇ ਆ ਕੇ ਜਿਵੇਂ ਟੀਚਿੰਗਸ ਵੀ ਕਰਦੇ ਹੋ। ਹਾਂਜੀ, ਅਸੀਂ ਐਕਚੁਅਲੀ ਜਦੋਂ ਆਲ ਇੰਡੀਆ ਰੇਡੀਓ 'ਤੇ ਮੈਂ ਐਜ਼ ਆ ਵੋਕਲਿਸਟ ਕੰਮ ਕੀਤਾ, ਨਾਲ ਦੀ ਨਾਲ ਅਸੀਂ ਟੀਚਿੰਗ ਵੀ ਕਰਦੇ ਸੀਗੇ। ਦਿੱਲੀ ਦੇ ਵਿੱਚ ਸਾਡੇ ਕੋਲ ਪੱਛਮੀ ਬਿਹਾਰ ਦੇ ਵਿੱਚ ਇੱਕ ਇੰਸਟੀਟਿਊਟ ਸੀਗੀ, ਸਵਰਤਾਲ, ਉਹ ਐਫੀਲੀਏਟਿਡ ਸੈਂਟਰ ਸੀਗਾ ਵਿਦ ਡਿਫਰੈਂਟ ਯੂਨੀਵਰਸਿਟੀਜ਼, ਜਿੱਦਾਂ ਪ੍ਰਯਾਗ ਸੰਗੀਤ ਸਮਿਤੀ, ਗੰਧਰਵ ਮਹਾਵਿਦਿਆਲਿਆ, ਪ੍ਰਾਚੀਨ ਕਲਾ ਕੇਂਦਰ ਚੰਡੀਗੜ੍ਹ, ਖੈਰਾਗੜ੍ਹ ਯੂਨੀਵਰਸਿਟੀ, ਬਹੁਤ ਸਾਰੀਆਂ ਯੂਨੀਵਰਸਿਟੀਆਂ ਨੇ ਐਫੀਲੀਏਟਿਡ ਸੈਂਟਰ ਬਣਾਇਆ ਸੀ, ਅਤੇ ਸਾਡੇ ਕੋਲ ਕਾਫੀ ਸਟੂਡੈਂਟ ਉੱਥੇ ਵੀ ਸਿੱਖਣ ਵਾਸਤੇ ਆਉਂਦੇ ਹੁੰਦੇ ਸੀ ਸਵਰਤਾਲ। ਉਹ ਈਵਨਿੰਗ ਨੂੰ ਅਸੀਂ, ਜਿੱਦਾਂ ਰੇਡੀਓ ਸਟੇਸ਼ਨ 3, 3:30, 4 ਵਜੇ ਤੱਕ ਫਿਨਿਸ਼ ਹੋ ਜਾਂਦਾ ਸੀ, ਈਵਨਿੰਗ ਨੂੰ ਕਲਾਸਿਸ ਅਸੀਂ ਆਪਣੇ ਸਵਰਤਾਲ ਦੇ ਵਿੱਚ ਕਰਦੇ ਹੁੰਦੇ ਸੀ। ਮਤਲਬ ਤੁਸੀਂ ਬਹੁਤ ਸਾਰਿਆਂ ਦੀ ਆਵਾਜ਼ ਨੂੰ ਕਹਿ ਸਕਦੇ ਆ ਤਰਾਸ਼ਿਆ ਵੀ ਹੈ। ਹਾਂਜੀ, ਕਾਫੀ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਇਹ ਸੇਵਾ ਰੱਬ ਨੇ ਦਿੱਤੀ ਹੈ, ਅਤੇ ਲਾਈਕ ਵੀ ਟਰਾਈਡ ਕਿ ਜਿੰਨਾ ਹੋ ਸਕੇ ਡਿਲੀਵਰ, ਕਿਉਂਕਿ ਜਦੋਂ ਅਸੀਂ ਰਿਆਜ਼ ਕਰਦੇ ਹਾਂ ਜਾਂ ਅਸੀਂ ਪ੍ਰੈਕਟਿਸ ਕਰਦੇ ਹਾਂ, ਅਤੇ ਉਦੋਂ ਵੀ ਅਗਰ ਸਟੂਡੈਂਟ ਕੋਲ ਬੈਠਾ, ਉਹਦੇ 'ਚ ਵੀ ਉਹ ਕਾਫੀ ਕੁਝ ਸਿੱਖ ਲੈਂਦੇ ਆ। ਕਾਫੀ ਅਸੀਂ ਖੁਦ ਬੜਾ ਕੁਝ ਸਿੱਖਿਆ ਜਦੋਂ ਆਪਣੇ ਉਸਤਾਦਾਂ ਦੇ ਕੋਲ, ਜਦੋਂ ਉਹ ਗਾ ਰਹੇ ਅਸੀਂ ਬੈਠੇ ਸੁਣ ਰਹੇ, ਉਹਦੇ ਨਾਲ ਹੀ ਕਾਫੀ ਹੱਦ ਤੱਕ ਲਰਨਿੰਗ ਹੁੰਦੀ ਹੈ। ਐਂਡ ਫਿਰ ਜਦੋਂ ਤੁਸੀਂ ਇੱਥੇ ਯੂਕੇ 'ਚ ਸ਼ਿਫਟ ਹੋਏ, ਯੂਕੇ ਜਦੋਂ ਤੁਸੀਂ ਆ ਗਏ, ਉਸ ਤੋਂ ਬਾਅਦ ਫਿਰ ਤੁਹਾਡਾ ਲਾਈਕ ਤੁਸੀਂ ਕੀ ਕਰਦੇ ਸੀ? ਕਿ ਬਿਗਨਿੰਗ 'ਚ ਅਸੀਂ ਜਦੋਂ ਇੱਥੇ ਆਏ ਸੀ, ਅਸੀਂ ਸਾਡੇ ਕੋਈ ਸ਼ੋਅ ਸੀਗੇ ਜਿਹੜੇ ਫਿਕਸ ਸੀਗੇ, ਉਹਨਾਂ ਵਾਸਤੇ ਅਸੀਂ ਆਏ ਸੀ, ਉਹ ਫਿਨਿਸ਼ ਕੀਤੇ। ਉਸ ਤੋਂ ਬਾਅਦ ਵਿੱਚ ਫਿਰ ਇੱਥੇ ਸਰਵਾਈਵ ਕਰਨ ਵਾਸਤੇ ਤਾਂ ਟੀਚਿੰਗ ਕਰਨੀ ਪਈ। ਅਗਰ ਜਦੋਂ ਅਸੀਂ ਡਿਸਾਈਡ ਕੀਤਾ ਕਿ ਓਕੇ ਅਸੀਂ ਇੱਥੇ ਸੈਟਲ ਹੋਣਾ, ਦੈਨ ਫਿਰ ਟੀਚਿੰਗ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਸੀ। ਹਾਂਜੀ। ਐਂਡ ਲਾਈਕ ਜਿਵੇਂ ਅਸੀਂ ਥੋੜ੍ਹੀ ਬਹੁਤੀ ਸਰਚ ਕੀਤੀ ਹੈ, ਅਤੇ ਸਾਨੂੰ ਪਤਾ ਕਿ ਲਾਈਕ ਤੁਹਾਡੇ ਹਸਬੈਂਡ ਵੀ ਜਿਵੇਂ ਬਾਲੀਵੁੱਡ ਵਾਸਤੇ ਬਹੁਤ ਵਧੀਆ ਗੀਤ ਕਰ ਰਹੇ ਨੇ, ਕੁਝ ਦੱਸੋਗੇ ਸਾਨੂੰ ਉਹਨਾਂ ਬਾਰੇ ਵੀ ਪਲੀਜ਼? ਹਾਂਜੀ, ਉਹ ਤਾਂ ਬਹੁਤ ਮਤਲਬ ਵੱਡੇ ਸਿਤਾਰੇ ਸੀਗੇ ਆਲ ਇੰਡੀਆ ਰੇਡੀਓ 'ਤੇ। ਉਹ ਐਜ਼ ਅ ਕੰਡਕਟਰ ਵੀ, ਨੈਸ਼ਨਲ ਆਰਕੈਸਟਰਾ ਜਿਹੜਾ ਇੰਡੀਆ ਦਾ, ਉਹਦੀ ਕੰਡਕਟਰ ਦੀ ਪੋਸਟ 'ਤੇ ਰਹੇ ਬੜੇ ਸਾਲਾਂ ਤੱਕ। ਅਤੇ ਉਸ ਤੋਂ ਪਹਿਲਾਂ ਉਹ ਬਚਪਨ ਦੇ ਵਿੱਚ, ਜਿੱਦਾਂ ਮੈਂ 11 ਸਾਲ ਦੀ ਏਜ ਤੋਂ ਲੈ ਕੇ ਉਹਨਾਂ ਨੇ ਸਿਤਾਰ ਵਜਾਇਆ ਫਿਲਮ ਇੰਡਸਟਰੀ ਦੇ ਵਿੱਚ। ਉਹਨਾਂ ਦੀ ਪਹਿਲੀ ਫਿਲਮ, ਜਿੱਦਾਂ ਸਾਨੂੰ ਦੱਸਿਆ ਗਿਆ ਕਿ ਝਨਕ ਝਨਕ ਪਾਇਲ ਬਾਜੇ ਵਾਜ਼ ਹਿਜ਼ ਫਸਟ ਫਿਲਮ, ਅਤੇ ਉਦੋਂ ਤੋਂ ਲੈ ਕੇ ਮੇਰੇ ਖਿਆਲ 1985 ਤੱਕ ਹੀ ਵਾਜ਼ ਇਨ ਫਿਲਮ ਇੰਡਸਟਰੀ। ਔਰ ਜ਼ਿਆਦਾਤਰ ਜਿਹੜੇ ਪੀਸਿਸ ਹੈ ਸਿਤਾਰ ਦੇ, ਜਿਹੜੇ ਅਸੀਂ ਪੁਰਾਣੇ ਗਾਣਿਆਂ ਦੇ ਵਿੱਚ ਸੁਣਦੇ ਹਾਂ, ਕਾਫੀ ਸਾਰੇ ਉਹਨਾਂ ਦੇ ਹੱਥ ਦੇ ਵੱਜੇ ਹੋਏ ਨੇ। ਇਹ ਸਿਤਾਰ ਪਿਆ ਹੈਗਾ, ਇਹ ਉਹਨਾਂ ਦਾ ਹੀ ਸਿਤਾਰ ਆ ਜਿਹੜਾ ਇੰਨੀਆਂ ਫਿਲਮਾਂ ਵਿੱਚ ਵੱਜਿਆ ਹੋਇਆ ਹੈ। ਔਰ ਫਿਲਮਾਂ ਤੋਂ ਇਲਾਵਾ ਉਹਨਾਂ ਨੇ ਦਿੱਲੀ ਦੇ ਵਿੱਚ ਐਜ਼ ਅ ਮਿਊਜ਼ਿਕ ਡਾਇਰੈਕਟਰ ਵੀ ਬਹੁਤ ਕੰਮ ਕੀਤਾ, ਪ੍ਰਾਈਵੇਟ ਵੀ, ਕਮਰਸ਼ੀਅਲ ਲੈਵਲ 'ਤੇ ਵੀ, ਜਿਸ ਤਰ੍ਹਾਂ ਫਿਲਮ ਡਿਵੀਜ਼ਨ ਦੀਆਂ ਡਾਕੂਮੈਂਟਰੀ ਫਿਲਮਸ ਵਗੈਰਾ ਜਿਹੜੀਆਂ ਬਣਦੀਆਂ ਸੀ, ਉਹ 'ਚ ਹੀ ਵਰਕਡ ਐਜ਼ ਅ ਮਿਊਜ਼ਿਕ ਡਾਇਰੈਕਟਰ। ਫਿਰ ਅਸੀਂ ਦਿੱਲੀ ਦੇ ਵਿੱਚ ਹੋਰ ਬਹੁਤ ਸਾਰੀ ਡਾਂਸਰਸ ਦੇ ਬੈਲੇਜ਼, ਜਿਸ ਤਰ੍ਹਾਂ ਸੋਨਲ ਮਾਨ ਸਿੰਘ, ਸੁਰਜਾ ਵੈਦਿਆਨਾਥਨ ਜੀ, ਐਂਡ ਉਮਾ ਸ਼ਰਮਾ, ਉਹਨਾਂ ਦਾ ਜਿਹੜਾ ਇਸਤਰੀ ਬੈਲੇ ਸੀਗਾ, ਉੱਤੇ ਉਹਨਾਂ ਨੂੰ ਪਦਮ ਸ਼੍ਰੀ ਮਿਲਿਆ ਸੀਗਾ। ਉਸ ਬੈਲੇ 'ਤੇ ਮਿਊਜ਼ਿਕ ਸਾਡਾ ਸੀਗਾ। ਆਈ ਯੂਜ਼ ਟੂ ਸਿੰਗ ਫੋਰ ਦ ਬੈਲੇਜ਼ ਐਂਡ ਹੀ ਯੂਜ਼ ਟੂ ਗਿਵ ਮਿਊਜ਼ਿਕ। ਬਹੁਤ ਸਾਰੇ ਇਸ ਤਰ੍ਹਾਂ ਦੇ ਕਮਰਸ਼ੀਅਲੀ ਅਸੀਂ ਕਾਫੀ ਕੰਮ ਕੀਤਾ ਦਿੱਲੀ 'ਚ। ਐਂਡ ਫਿਰ ਜਦੋਂ ਤੁਸੀਂ ਇੱਕ ਵਾਰ ਫੈਸਲਾ ਲਿਆ ਇੰਡੀਆ ਤੋਂ ਇੱਥੇ ਯੂਕੇ ਆਉਣ ਦਾ,
ਫਿਰ ਤੁਹਾਨੂੰ ਇੱਥੇ ਕੋਈ ਪ੍ਰੋਬਲਮ ਫੇਸ ਕਰਨੀ ਪਈ ਟੂ ਕੈਰੀ ਔਨ ਦ ਕੈਰੀਅਰ ਲਾਈਕ? ਨਹੀਂ, ਕੁਝ ਖਾਸ ਨਹੀਂ, ਬੜੀ ਕਿਰਪਾ ਸੀ ਰੱਬ ਦੀ ਸਾਡੇ 'ਤੇ। ਹਾਂ ਦੈਟਸ ਗੁੱਡ। ਹਾਂਜੀ, ਬਹੁਤ ਕਿਰਪਾ ਸੀ। ਪਹਿਲਾਂ ਬਿਗਨਿੰਗ ਸਾਡੇ ਕੁਝ ਸ਼ੋਜ਼ ਵਗੈਰਾ ਸੀ, ਫਿਰ ਉਸ ਤੋਂ ਬਾਅਦ ਫਿਰ ਟੀਚਿੰਗ ਸਟਾਰਟ ਹੋ ਗਿਆ। ਟੀਚਿੰਗ ਕਾਫੀ ਬਹੁਤ ਅੱਛੇ ਲੈਵਲ 'ਤੇ ਸਾਨੂੰ ਇੱਥੇ ਲੋਕਾਂ ਨੇ ਸਪੋਰਟ ਕੀਤਾ, ਲੇਕਿਨ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਉਹਨਾਂ ਨੂੰ ਕੋਈ ਜਿਸ ਤਰ੍ਹਾਂ ਇੱਥੇ ਉਸਤਾਦਾਂ ਦੀ ਘਾਟ ਨਹੀਂ ਹੁੰਦੀ ਲਾਈਕ ਹਾਂਜੀ ਦੈਟ। ਬਹੁਤ ਘੱਟ ਹੈ ਹਾਂਜੀ ਹਾਂਜੀ, ਅਤੇ ਕਾਫੀ ਮਤਲਬ ਮੇਰੇ ਖਿਆਲ ਵੈਸਟ ਲੰਦਨ ਦੇ ਵਿੱਚ ਸਿਤਾਰਿਸਟ ਕੋਈ ਇੰਨੇ ਕੋਈ ਖਾਸ ਸੀਗੇ ਨਹੀਂ ਇੱਧਰ। ਹਾਂਜੀ। ਤਾਂ ਹੀ ਵਾਸ ਸਿਤਾਰਿਸਟ, ਅਤੇ ਵੀਨਾ ਮਿਊਜ਼ਿਕ ਦੇ ਉੱਪਰ ਫਸਟ ਫਲੋਰ 'ਤੇ ਸਾਡੀ ਵਰਕਸ਼ਾਪ ਚੱਲਦੀ ਸੀ, ਅਤੇ ਹੋਰ ਵੀ ਕਈ ਜਗ੍ਹਾ ਡਿਫਰੈਂਟ ਪਲੇਸਿਸ 'ਤੇ ਅਸੀਂ ਈਵਨ ਰੈਡਿੰਗ, ਲੈਂਗਲੀ ਔਰ ਇੱਧਰ ਹੈਰੋ ਡਿਫਰੈਂਟ ਵਰਕਸ਼ਾਪਸ ਹੁਣ ਵੀ ਈਵਨ ਆਮ ਡੂਇੰਗ। ਅੱਛਾ ਹੁਣ ਵੀ ਤੁਸੀਂ ਕਰਦੇ ਹੋ ਆਮ ਤੇ ਡੂਇੰਗ। ਐਂਡ ਜਿਵੇਂ ਕਿ ਤੁਸੀਂ ਕਿਹਾ ਕਿ ਤੁਸੀਂ ਹਾਲੇ ਵੀ ਜਿਵੇਂ ਟੀਚਿੰਗ ਲਾਈਕ ਕੋਚਿੰਗ ਕਰਦੇ ਹੋ ਮਿਊਜ਼ਿਕ ਦੀ, ਅਤੇ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਲਾਈਕ ਤੁਹਾਡੇ ਮਿਊਜ਼ਿਕ ਕਲਾਸਿਸ ਕਿਵੇਂ ਦੀਆਂ ਹੁੰਦੀਆਂ ਨੇ? ਗਰੁੱਪਸ ਵਿੱਚ ਕਰਦੇ ਹੋ, ਵੀਕ ਬੇਸਿਸ 'ਤੇ ਨੇ, ਅਤੇ ਕਿਹੋ ਜਿਹੇ ਸਟੂਡੈਂਟਸ ਨੂੰ ਤੁਸੀਂ ਲੈਂਦੇ ਹੋ ਆਪਣੀ ਕਲਾਸਿਸ ਵਿੱਚ? ਜੀ, ਟੀਚਿੰਗ ਮੇਰਾ ਤਾਂ ਮੇਨ ਪ੍ਰੋਫੈਸ਼ਨ ਹੀ ਇਹ ਹੈ। ਹਾਂਜੀ। ਮੈਂ ਮਿਊਜ਼ਿਕ ਟੀਚ ਹੀ ਕਰਦੀ ਹਾਂ ਮੈਂ, ਹੋਰ ਤਾਂ ਕੁਛ ਨਹੀਂ। ਬਾਕੀ ਤੁਸੀਂ ਅਗਲਾ ਕੁਐਸਚਨ ਤੁਹਾਡਾ ਹੈਗਾ ਕਿ ਤੁਸੀਂ ਬੱਚਿਆਂ ਨੂੰ ਸਿਖਾਉਂਦੇ ਆ ਵੱਡਿਆਂ ਨੂੰ? ਹਾਂਜੀ। ਮੇਰਾ ਇੱਦਾਂ ਦਾ ਕੁਛ ਹੈ ਨਹੀਂ, ਬੱਚੇ ਵੀ ਸਿੱਖਦੇ ਆ, ਵੱਡੇ ਵੀ ਸਿੱਖਦੇ ਆ। ਹਾਂ, ਇਹ ਜ਼ਰੂਰ ਹੈ ਕਿ ਬੱਚਿਆਂ ਦੇ ਕੁਛ ਗਰੁੱਪਸ ਹੈਗੇ ਨੇ ਜੋ ਜ਼ਿਆਦਾਤਰ ਵੀਕਐਂਡ ਦੇ ਉੱਪਰ ਚੱਲਦੇ ਨੇ, ਅਤੇ ਜਿਹੜੇ ਹੈਗੇ ਨੇ ਦੂਸਰੇ ਅਡਲਟਸ ਆ ਉਹ 1 to 1 ਵੀ ਆਉਂਦੇ ਨੇ। ਈਵਨ ਮੇਰੇ ਕਲਾਸਰੂਮ 'ਚ ਇੱਥੇ ਵੀ ਵਿਜ਼ਿਟ ਕਰਦੇ ਨੇ, ਅਤੇ ਕਈ ਜਗ੍ਹਾ ਮੈਂ ਵੀ ਵਿਜ਼ਿਟ ਕਰਦੀ ਹਾਂ ਜਿਸ ਤਰ੍ਹਾਂ ਕੁਛ ਗਰੁੱਪਸ ਦੇ ਵਿੱਚ। ਔਰ ਜ਼ਿਆਦਾਤਰ ਜਿਹੜੇ ਗਰੁੱਪਸ ਆ ਉਹ ਵੀਕਡੇਜ਼ ਦੇ ਵਿੱਚ ਈਵਨਿੰਗ ਨੂੰ ਹੁੰਦੇ ਨੇ, ਅਤੇ ਜਿਹੜੇ ਬੱਚਿਆਂ ਦੇ ਗਰੁੱਪਸ ਆ ਉਹ ਵੀਕਐਂਡ 'ਤੇ ਹੁੰਦੇ ਨੇ। ਅਤੇ ਜਿਹੜੀਆਂ 1 to 1 ਕਲਾਸਿਸ ਹੈ ਉਹ ਮੈਂ ਇਨ ਬਿਟਵੀਨ ਜਿੱਦਾਂ ਮੇਰੇ ਕੋਲ ਟਾਈਮ ਟੇਬਲ ਅਲਾਊਡ ਹੁੰਦਾ ਆ, ਜਿਸ ਤਰ੍ਹਾਂ ਮੈਨੂੰ ਲੱਗੇ ਕਿ ਓਕੇ ਨਾਓ ਹੁਣ ਮੈਂ ਆਹ ਟਾਈਮ ਦੇ ਸਕਦੀ ਹਾਂ, ਅਤੇ ਉਹ ਮੈਂ ਟਾਈਮਿੰਗਸ ਰੱਖ ਲੈਂਦੀ। ਜਦੋਂ ਮੈਂ ਬਾਹਰ ਨਹੀਂ ਕਿਤੇ ਗਰੁੱਪ ਨਹੀਂ ਕਰ ਰਹੀ ਜਾਂ ਕਿਤੇ ਕਲਾਸ ਨਹੀਂ ਹੁੰਦੀ ਤਾਂ ਮੈਂ 1 to 1 ਕਰ ਲੈਂਦੀ ਹਾਂ। ਜ਼ਿਆਦਾਤਰ ਕਿਹੜੀ ਏਜ ਦੇ ਲਾਈਕ ਬੱਚੇ ਆਉਂਦੇ ਤੁਹਾਡੇ ਕੋਲ ਸਿੱਖਣ ਵਾਸਤੇ? ਇਸ ਤਰ੍ਹਾਂ ਕੁਛ ਵੀ ਨਹੀਂ ਹੈ ਕਿ ਕਿਹੜੀ ਏਜ ਦੇ, ਈਵਨ ਬੱਚੇ ਵੀ ਆਉਂਦੇ ਨੇ। ਅਸੀਂ ਸਭ ਤੋਂ ਜਿਹੜਾ ਛੋਟਾ ਬੱਚਾ ਲੈ ਰਹੇ ਹਾਂ ਉਹ 4.5 ਸਾਲ ਦਾ ਬੱਚਾ ਲੈ ਰਹੇ ਹਾਂ। 4.5 ਸਾਲ ਦਾ ਬੱਚਾ ਤੋਂ ਲੈ ਕੇ ਕੋਈ ਵੀ ਕਿਸੇ ਵੀ ਏਜ ਤੱਕ ਆ ਸਕਦੇ ਨੇ। ਜਿਹੜੇ ਵੱਡੀ ਉਮਰ ਦੇ ਨੇ, ਈਵਨ ਮੇਰੇ ਕੋਲ 75 ਈਅਰਸ ਦੇ ਵੀ ਆਉਂਦੇ ਨੇ, ਇੱਕ 80 ਈਅਰਸ ਦੇ ਬਜ਼ੁਰਗ ਵੀ ਆਉਂਦੇ ਨੇ। ਉਹ ਭਜਨ ਸਿੱਖਦੇ ਆ, ਭਜਨ। ਹਾਂ, ਗੁਰਬਾਣੀ ਵਾਲੇ ਵੀ ਬੱਚੇ ਆਉਂਦੇ ਆ, ਔਰ ਈਵਨ ਲੇਡੀਜ਼ ਵੀ ਆਉਂਦੀਆਂ ਨੇ। ਮਤਲਬ ਇਸ ਤਰ੍ਹਾਂ ਦਾ ਏਜ ਦਾ ਕੁਛ ਨਹੀਂ ਹੈਗਾ ਕਿ ਹਾਂ ਉਹ ਅਸੀਂ ਔਰਗੇਨਾਈਜ਼ ਕੀਤਾ ਹੋਇਆ ਉਹ ਕਿਉਂਕਿ ਜ਼ਿਆਦਾਤਰ ਬੱਚੇ ਜਿੱਦਾਂ ਸਕੂਲ ਜਾਂਦੇ ਨੇ ਅਤੇ ਉਹ ਵੀਕਐਂਡਸ ਦੇ ਉੱਪਰ ਅਵੇਲੇਬਲ ਹੁੰਦੇ ਨੇ। ਪੇਰੈਂਟਸ ਲਈ ਵੀ ਸੁਵਿਧਾ ਹੁੰਦੀ ਹੈ ਕਿ ਉਹ ਬੱਚਿਆਂ ਨੂੰ ਵੀਕਐਂਡ 'ਤੇ ਆਰਾਮ ਦੇ ਨਾਲ ਲੈ ਕੇ ਆ ਸਕਦੇ ਆ ਕਲਾਸਿਸ ਵਾਸਤੇ। ਅਤੇ ਬਾਕੀ ਜਿਹੜੇ ਆ ਦੂਸਰੇ ਜਿਹੜੇ ਵਰਕਿੰਗ ਕਲਾਸ ਹੈ, ਜਿਹੜੇ ਅਡਲਟ ਸਿੱਖਦੇ ਆ, ਉਹ ਕਈ ਵਾਰੀ ਵੀਕਡੇਜ਼ ਦੇ ਵਿੱਚ ਈਵਨਿੰਗ ਨੂੰ ਆਉਂਦੇ ਆ, ਜਾਂ ਉਹ ਜਿਹੜੇ ਵੀਕਡੇਜ਼ ਦੇ ਵਿੱਚ ਸਾਡੇ ਜਿਹੜੇ ਗਰੁੱਪਸ ਚੱਲਦੇ ਨੇ ਉਹਨਾਂ ਦੇ ਵਿੱਚ ਵੀ ਕਿ ਡਿਫਰੈਂਟ ਪਲੇਸਿਸ 'ਤੇ। ਔਰ ਜ਼ਿਆਦਾਤਰ ਰਿਲੀਜੀਅਸ ਔਰਗੇਨਾਈਜੇਸ਼ਨਸ ਵੀ ਹੈਗੀਆਂ ਨੇ, ਜਿਸ ਤਰ੍ਹਾਂ ਨਿਰੰਕਾਰੀ ਮਿਸ਼ਨ ਹੈਗਾ, ਉਹਨਾਂ ਦਾ ਵੀ ਕਲਾਸਿਸ ਮੈਂ ਹੀ ਕਰਦੀ ਹਾਂ। ਉਹ ਸੰਡੇ ਮੋਰਨਿੰਗ ਉਹਨਾਂ ਦਾ ਗਰੁੱਪ ਹੁੰਦਾ ਹੈ। ਐਂਡ ਇੱਕ ਹੋਰ ਰਿਲੀਜੀਅਸ ਔਰਗੇਨਾਈਜੇਸ਼ਨ ਹੈ ਦੈਟਸ ਦਿਵਯ ਜੋਤੀ ਸੰਸਥਾਨ ਕਰਕੇ ਹੈਗਾ, ਅਤੇ ਉਹਨਾਂ ਦੀਆਂ ਕਲਾਸਿਸ ਵੀ ਮੈਂ ਇਸ ਤਰ੍ਹਾਂ ਕਈ ਸਾਰੇ ਰਿਲੀਜੀਅਸ ਔਰਗੇਨਾਈਜੇਸ਼ਨਸ ਵੀ ਨੇ ਜਿਨ੍ਹਾਂ ਦੇ ਲਈ ਮੈਂ ਟੀਚ ਕਰਦੀ ਹਾਂ। ਔਰ ਬਾਕੀ ਹੋਰ ਵੀ ਜਿਸ ਤਰ੍ਹਾਂ ਲੇਡੀਜ਼ ਜਿਹੜੀਆਂ ਕਿੱਟੀ ਪਾਰਟੀਜ਼ ਦੇ ਵਿੱਚ ਗਾਉਂਦੀਆਂ ਨੇ, ਉਹਨਾਂ ਨੇ ਆਪਣੇ ਗਾਣੇ ਪੋਲਿਸ਼ ਕਰਨੇ ਹੁੰਦੇ ਆ, ਜਿੱਦਾਂ ਫਿਲਮੀ ਗਾਣੇ ਪੋਲਿਸ਼ ਕਰਨੇ, ਉਹਨਾਂ ਦਾ ਵੀ ਇੱਕ ਅਲੱਗ ਗਰੁੱਪ ਹੈ। ਇੱਕ ਵੀਕ ਦੇ ਵਿੱਚ ਇੱਕ ਦਿਨ ਉਹਨਾਂ ਦਾ ਵੀ ਗਰੁੱਪ ਹੈਗਾ ਕਿ ਉਹਨਾਂ ਨੂੰ ਮੈਂ ਵੋਇਸ ਟ੍ਰੇਨਿੰਗ ਪਹਿਲਾਂ ਕਰਵਾਉਂਦੀ ਹਾਂ 1 ਘੰਟੇ ਦੀ, ਫਿਰ 1 ਘੰਟੇ ਦੀ ਉਹਨਾਂ ਦੀਆਂ ਜੋ ਵੀ ਉਹਨਾਂ ਨੇ ਸੌਂਗਸ ਵਗੈਰਾ ਗਾਣੇ ਹੁੰਦੇ ਨੇ, ਜਸਟ ਛੋਟੀ ਉਹਦੇ ਵਿੱਚ ਹੈਲਪ ਕਰ ਸਕਦੀ ਹਾਂ ਮੈਂ। ਉਹਨਾਂ ਨੂੰ ਲੱਗੇ ਕਿ ਓਕੇ ਇੱਥੋਂ ਆਊਟ ਆਫ ਟਿਊਨ ਆ, ਜਾਂ ਇੱਥੋਂ ਇੱਦਾਂ ਹੋਣਾ ਚਾਹੀਦਾ, ਲਾਈਕ ਦੈਟ। ਮਤਲਬ ਕੋਈ ਜ਼ਿਆਦਾ ਮੇਨ ਜਿਹੜਾ ਸਾਡਾ ਜਿਹੜਾ ਟੀਚਿੰਗ ਮੇਰੀ ਮੇਨ ਹੈ ਉਹ ਸਾਡੀ ਹਿੰਦੁਸਤਾਨੀ ਕਲਾਸੀਕਲ ਮਿਊਜ਼ਿਕ ਹੈ, ਅਤੇ ਕੁਛ ਗੁਰੂਮਤ ਸੰਗੀਤ ਵਾਲੇ ਬੱਚੇ ਵੀ ਆਉਂਦੇ ਆ। ਮੇਨ ਜਿਹੜੀ ਮੇਰੀ ਟ੍ਰੇਨਿੰਗ ਹੈ, ਮੇਰਾ ਬੈਕਗਰਾਊਂਡ ਹੈ, ਉਹ ਹਿੰਦੁਸਤਾਨੀ ਕਲਾਸੀਕਲ ਮਿਊਜ਼ਿਕ ਦਾ। ਆਲਰਾਈਟ। ਐਂਡ ਮਤਲਬ ਕਿ ਇਹਦੇ ਤੋਂ ਚਲੋ ਤੇ ਪਤਾ ਲੱਗ ਗਿਆ ਕਿ ਕੁਝ ਸਿਰਫ ਪੈਸ਼ਨ ਵਾਸਤੇ ਆਉਂਦੇ, ਕੁਝ ਉਹਨੂੰ ਲਾਈਕ ਪ੍ਰੋਫੈਸ਼ਨਲ ਤੌਰ 'ਤੇ ਅਪਣਾਉਣ ਵਾਸਤੇ ਵੀ ਆਉਂਦੇ। ਜੀ ਬਿਲਕੁਲ, ਸਭ ਤਰ੍ਹਾਂ ਦੇ ਲੋਕ ਆਉਂਦੇ ਨੇ। ਬਹੁਤ ਸਾਰੇ ਇਸ ਤਰ੍ਹਾਂ ਦੇ ਬੱਚੇ ਆਉਂਦੇ ਨੇ ਜਿਹੜੇ ਸਿਰਫ ਵੋਇਸ ਟ੍ਰੇਨਿੰਗ ਲਈ ਆਉਂਦੇ ਨੇ। ਉਹ ਆਲਰੇਡੀ ਗਾਉਂਦੇ ਆ, ਜਿਸ ਤਰ੍ਹਾਂ ਲਾਈਕ ਆਲਰੇਡੀ ਉਹ ਕੁਛ ਮਤਲਬ
ਕਿਸੇ ਲੈਵਲ ਤੱਕ ਉਹਨਾਂ ਨੇ ਆਲਰੇਡੀ ਸਿੱਖਿਆ ਹੋਇਆ ਜਾਂ ਉਹ ਗਾਉਂਦੇ ਆ। ਜਿਸ ਤਰ੍ਹਾਂ ਸਾਡੇ ਪੰਜਾਬ ਦੇ ਫੋਕ ਸਿੰਗਰਸ ਹੈ, ਆਲਰੇਡੀ ਉਹਨਾਂ ਕੋਲ ਕੰਪੋਜੀਸ਼ਨ ਲਿਖਦੇ ਵੀ ਆ, ਗਾਣੇ ਗਾਉਂਦੇ ਵੀ ਆ, ਲੇਕਿਨ ਉਹਨਾਂ ਨੂੰ ਥੋੜ੍ਹਾ ਬਹੁਤ ਪ੍ਰੋਬਲਮਸ ਹੈ, ਜਿਸ ਤਰ੍ਹਾਂ ਸੁਰ 'ਚ ਨਹੀਂ ਹੈ ਆਵਾਜ਼ ਪੂਰੀ, ਜਾਂ ਆਵਾਜ਼ ਪ੍ਰੋਪਰ ਉਹਨਾਂ ਦੀ ਖੁੱਲੀ ਨਹੀਂ ਹੈ, ਜਾਂ ਉਹਨਾਂ ਦੇ ਨੀਚੇ ਮੰਦਰ ਸਪਤ ਦੇ ਸੁਰ ਨਹੀਂ ਲੱਗਦੇ, ਜਾਂ ਹਾਇਰ ਆਕਟਿਵ ਨੂੰ ਟੱਚ ਨਹੀਂ ਕਰ ਸਕਦੇ। ਮਤਲਬ ਇੱਦਾਂ ਦੀਆਂ ਪ੍ਰੋਬਲਮਸ ਹੁੰਦੀਆਂ, ਉਹਨਾਂ ਦੀ ਵੋਇਸ ਟ੍ਰੇਨਿੰਗ ਵਾਸਤੇ ਆਉਂਦੇ ਨੇ। ਕੁਛ ਲੋਕ ਨੇ ਜਿਨ੍ਹਾਂ ਦੀ ਆਵਾਜ਼ ਸਿਰਫ ਫਲੈਟ ਹੈਗੀ ਆ, ਉਹਨਾਂ 'ਚ ਟੈਕਨੀਕਲ ਪਾਰਟ ਮਿਸਿੰਗ ਹੈ, ਹਰਕਤਾਂ, ਮੁਰਕੀਆਂ, ਖਟਕੇ, ਇੱਦਾਂ ਦੀਆਂ ਚੀਜ਼ਾਂ, ਗਮਕ ਵਗੈਰਾ, ਇਹ ਸਾਡਾ ਟੈਕਨੀਕਲ ਪਾਰਟ ਜਿਹੜਾ ਮਿਸਿੰਗ ਹੈ, ਉਹਦੀ ਟ੍ਰੇਨਿੰਗ ਦੇ ਦਿੱਤੀ ਹੈ। ਐਂਡ ਰਵੀਨਾ ਮੈਮ ਜੀ, ਮੈਂ ਤੁਹਾਡੇ ਤੋਂ ਇੱਕ ਖਾਸ ਕੁਐਸਚਨ ਪੁੱਛਣਾ ਸੀ, ਕਿਉਂਕਿ ਅੱਜ ਕੱਲ੍ਹ ਜੇ ਅਸੀਂ ਵੇਖੀਏ ਖਾਸ ਕਰਕੇ ਜਿਵੇਂ ਆਪਣੀ ਕਹਿ ਸਕਦੇ ਹਾਂ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਜ਼ਿਆਦਾ ਤਰੱਕੀ ਲੈ ਲਓ, ਹੈ ਨਾ, ਜਾਂ ਵੀ ਕਿ ਹੋਰ ਕਿਤੇ ਵੀ ਕਿ ਆਪਾਂ ਦੇਖ ਸਕਦੇ ਹਾਂ ਕਿ ਬਹੁਤ ਸਾਰੇ ਨਿਊ ਕਮਰ ਸਿੰਗਰਸ ਆ ਰਹੇ ਨੇ, ਬਹੁਤ ਸਾਰੇ ਲਾਈਕ। ਤੇ ਮੈਂ ਤੁਹਾਡੇ ਤੋਂ ਇਹ ਪੁੱਛਣਾ ਸੀ ਕਿ ਜਿਹੜੇ ਸਿੰਗਰ ਬਣਦੇ ਨੇ, ਹੈ ਨਾ, ਕਿ ਤੁਹਾਨੂੰ ਲੱਗਦਾ ਕਿ ਲਾਈਕ ਉਹਨਾਂ ਨੂੰ ਕਿ ਕਿਸੇ ਕੋਚਿੰਗ ਦੀ ਜ਼ਰੂਰਤ ਜ਼ਿਆਦਾ ਹੁੰਦੀ ਹੈ, ਜਾਂ ਵੀ ਕਿ ਤੁਹਾਨੂੰ ਵੀ ਲੱਗਦਾ ਕਿ ਆਟੋ ਟਿਊਨ ਲਗਾਓ ਤੇ ਚਲੋ ਜੀ ਸਿੰਗਰ? ਨਹੀਂ, ਅਸੀਂ ਤਾਂ ਬਿਲਕੁਲ ਇਸ ਗੱਲ ਦੇ ਖਿਲਾਫ ਹਾਂ। ਅਸੀਂ ਬਿਲਕੁਲ ਜਿੰਨਾ ਵੀ ਗਾਣਾ ਵਜਾਣਾ ਤੁਸੀਂ, ਅਗਰ ਤੁਸੀਂ ਬਾਹਰ ਤੁਸੀਂ ਦੇ ਰਹੇ ਹੋ, ਕਮਿਊਨਿਟੀ ਨੂੰ ਦੇ ਰਹੇ ਹੋ, ਸੋਸਾਇਟੀ 'ਚ ਦੇ ਰਹੇ ਹੋ, ਐਟਲੀਸਟ ਸੁਰ ਦੇ ਵਿੱਚ ਹੋਵੇ, ਸੁਣਨ ਵਾਲੇ ਨੂੰ ਅੱਛਾ ਲੱਗੇ, ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਲੇਕਿਨ ਆ ਕੁਛ ਟਾਈਮ ਤੋਂ ਅਸੀਂ ਦੇਖ ਰਹੇ ਹਾਂ ਕਾਫੀ ਕੁਛ ਹੋ ਰਿਹਾ, ਅੱਜ ਕੱਲ੍ਹ ਮਸ਼ੀਨਾਂ ਵੀ ਬਹੁਤ ਕੁਛ ਕਰ ਰਹੀਆਂ ਨੇ, ਬਟ ਸਟਿਲ ਫਿਰ ਵੀ ਅਗਰ ਜਿਹੜੇ ਟ੍ਰੇਨ ਸਿੰਗਰਸ ਹੁੰਦੇ ਨੇ, ਜਿਹੜੇ ਪ੍ਰੋਪਰ ਜਿਹੜੇ ਸਿੱਖੇ ਹੋਏ ਹੁੰਦੇ ਨੇ, ਉਹਨਾਂ ਦੀ ਆਵਾਜ਼ ਦੇ ਵਿੱਚ ਜੋ ਕਸ਼ਿਸ਼ ਹੁੰਦੀ ਆ, ਉਹਨਾਂ ਦੀ ਆਵਾਜ਼ ਦਾ ਜਿਹੜਾ ਉਹਨਾਂ ਦਾ ਟੈਕਨੀਕਲ ਪਾਰਟ ਆ, ਉਹ ਡਿਵੈਲਪਡ ਹੁੰਦਾ ਆ, ਅਤੇ ਉਹ ਜਿਹੜਾ ਗਾਣਾ ਉਹ ਇੱਕ ਹੋਰ ਲੈਵਲ ਦਾ ਹੁੰਦਾ ਹੈ। ਜਿਹੜੇ ਸਿੰਗਰਸ ਜਿਸ ਤਰ੍ਹਾਂ ਬਿਨਾਂ ਸਿੱਖੇ, ਜਾਂ ਤੁਸੀਂ ਕਹਿੰਦੇ ਜਿਸ ਤਰ੍ਹਾਂ ਤੁਸੀਂ ਕਹਿ ਕੇ ਮਸ਼ੀਨਾਂ ਦੇ ਨਾਲ ਉਹਨੂੰ ਆਟੋ ਟਿਊਨ ਲਗਾ ਕਰਕੇ ਉਹਨੂੰ ਡਿਫਰੈਂਟ, ਉਹ ਗਾਣੇ 'ਚ ਉਹ ਚੀਜ਼ਾਂ ਮਿਸਿੰਗ ਹੁੰਦੀਆਂ ਨੇ। ਉਹ ਸਾਫ਼ ਬੱਚੇ ਨੂੰ ਪਤਾ ਲੱਗ ਜਾਂਦਾ ਹੈ ਕਿ ਸਿੰਗਰ ਗਾ ਨਹੀਂ ਸਕਦਾ, ਇਹਨੂੰ ਗਵਾਇਆ ਗਿਆ ਹੈ। ਪਰ ਜ਼ਿਆਦਾਤਰ ਇਹੀ ਤਾਂ ਸਾਡੀ ਬਦਕਿਸਮਤੀ ਹੈ ਕਿ ਅੱਜ ਕੱਲ੍ਹ ਇਹੀ ਕੁਛ ਹੋਣ ਲੱਗ ਗਿਆ ਹੈ। ਅੱਜ ਕੱਲ੍ਹ ਉਹ ਫਿਰ ਟੈਕਨੋਲੋਜੀ ਵੀ ਬਹੁਤ ਡਿਵੈਲਪ ਹੋ ਗਈ, ਪਰ ਫਿਰ ਵੀ ਜਿਹੜੀ ਗਾਣੇ ਦੀ ਟੈਕਨੀਕਲ ਪਾਰਟ ਹੈ ਉਹ ਕਿੱਥੋਂ, ਉਹ ਤਾਂ ਨਹੀਂ ਲਿਆ ਸਕਦੀਆਂ ਨਾ ਮਸ਼ੀਨਾਂ। ਹਾਂਜੀ, ਤੁਹਾਡੀ ਆਵਾਜ਼ ਨੂੰ ਹਲਕਾ ਜਿਹਾ, ਤੁਹਾਡੇ ਸੁਰ ਨੂੰ ਉੱਪਰ ਨੀਚੇ ਕਰ ਸਕਦੀਆਂ ਨੇ। ਤੁਸੀਂ ਬੇਤਾਲਾ ਗਾਇਆ, ਥੋੜ੍ਹਾ ਜਿਹਾ ਉਹਨੂੰ ਉਹ ਤਾਲ ਦੇ ਵਿੱਚ ਹਲਕਾ ਫੁਲਕਾ ਉਹਨੂੰ ਚੇਂਜ ਕਰਕੇ ਕਰ ਦੇਣਗੇ, ਲੇਕਿਨ ਉਹ ਜਿਹੜੀ ਤੁਹਾਡੀ ਤਪੱਸਿਆ ਆ ਗਾਣੇ ਦੇ ਵਿੱਚ, ਜਿਹੜਾ ਤੁਸੀਂ ਸਿੱਖ ਕੇ ਜਿਹੜਾ ਆਉਂਦਾ, ਉਹ ਤਾਂ ਮਿਸਿੰਗ ਹੈ। ਐਂਡ ਫਿਰ ਤੁਹਾਡਾ ਮੈਸੇਜ ਕੀ ਹੈ ਲਾਈਕ ਇਹਨਾਂ ਨਿਊ ਕਮਰਸ ਨੂੰ ਜਿਹੜੇ ਆਉਂਦੇ ਹੈ? ਬਿਲਕੁਲ ਇਹੀ ਮੈਸੇਜ ਹੈ ਕਿ ਆਈ ਥਿੰਕ ਇਹ ਜਿਹੜਾ ਸੰਗੀਤ ਆ, ਇਹ ਇੱਕ ਕਿਸਮ ਦੀ ਇੱਕ ਭਗਤੀ ਆ, ਇੱਕ ਤਪੱਸਿਆ ਆ। ਇਹ ਛੋਟੀ ਮੋਟੀ ਚੀਜ਼ ਨਹੀਂ ਹੈਗੀ। ਇਹਨੂੰ ਇਸ ਤਰ੍ਹਾਂ ਹੀ ਅਸੀਂ ਕਿ ਬਸ ਠੀਕ ਹੈ, ਕੋਈ ਵੀ ਜਿਹੜਾ ਗਾਣਾ ਆ ਉਹ ਅਸੀਂ ਲਿਖ ਲਿਆ, ਉਹਨੂੰ ਜਿਸ ਤਰ੍ਹਾਂ ਵੀ ਮਰਜ਼ੀ ਗਾਤਾ, ਮਸ਼ੀਨ ਨੇ ਉਹਨੂੰ ਠੀਕ ਕਰ ਦਿੱਤਾ। ਆਈ ਡੋਂਟ ਥਿੰਕ, ਅਸੀਂ ਨਹੀਂ ਇਹਨੂੰ ਸਮਝਦੇ ਕਿ ਇਹ ਸੰਗੀਤ ਹੈ। ਸੰਗੀਤ ਤਾਂ ਇੱਕ ਤਪੱਸਿਆ ਹੈ, ਇਹਦੇ ਲਈ ਤੁਹਾਨੂੰ ਕਾਫੀ ਕੁਛ ਤਪਣਾ ਪੈਂਦਾ ਆ, ਸਿੱਖਣਾ ਪੈਂਦਾ ਆ। ਮੇਰਾ ਇਹੀ ਹੈਗਾ ਆ, ਜਿਹੜੇ ਨਿਊ ਸਿੰਗਰਸ ਆਉਂਦੇ ਉਹਨਾਂ ਵਾਸਤੇ ਮੈਸੇਜ ਕਿ ਘੱਟੋ ਘੱਟ ਜਿੱਦਾਂ ਦਾ ਵੀ ਤੁਸੀਂ ਗਾਉਣਾ ਆ, ਥੋੜ੍ਹਾ ਜਿਹਾ ਉਹਨੂੰ ਮਿਹਨਤ ਕਰਕੇ 2-4 ਸਾਲ ਪਹਿਲਾਂ ਉਹਦੇ ਵਿੱਚੋਂ ਨਿਕਲ ਲਓ, ਫਿਰ ਘੱਟੋ ਘੱਟ ਤੁਸੀਂ ਸਟੇਜ 'ਤੇ ਤੁਹਾਨੂੰ ਕੋਈ, ਹੁਣ ਅੱਜ ਕੱਲ੍ਹ ਸਿੰਗਰਸ ਆ ਠੀਕ ਹੈ, ਉਹ ਗਾ ਲੈਂਦੇ ਆ ਰਿਕਾਰਡਿੰਗ ਸਟੂਡੀਓਜ਼ ਦੇ ਵਿੱਚ ਮਸ਼ੀਨਾਂ ਉਹਨਾਂ ਕੋਲ, ਪਰ ਫਿਰ ਜਦੋਂ ਸਟੇਜ 'ਤੇ ਜਾਂਦੇ ਆ ਉਹ ਗਾ ਹੀ ਨਹੀਂ ਸਕਦੇ, ਉਹਨਾਂ ਤੋਂ ਗਾ ਨਹੀਂ ਹੁੰਦਾ, ਫਿਰ ਕਿੰਨੀ ਇਨਸਲਟ ਹੁੰਦੀ ਆ। ਮਤਲਬ ਜੇ ਮੇਰੇ ਵਰਗਾ ਬੰਦਾ ਉੱਠ ਕੇ ਕੱਲ ਸਵੇਰੇ ਕਹੇ ਕਿ ਮੈਂ ਹੁਣ ਸਿੰਗਰ ਬਣ ਜਾ, ਉਹ ਪੋਸੀਬਲ ਨਹੀਂ? ਬਿਲਕੁਲ ਪੋਸੀਬਲ ਹੈ, ਕਿਉਂ ਨਹੀਂ ਪੋਸੀਬਲ, ਬਿਲਕੁਲ ਪੋਸੀਬਲ ਹੈ। ਤੁਸੀਂ ਕੋਈ ਵੀ ਬੰਦਾ ਜਿਹੜਾ ਬੋਲ ਸਕਦਾ ਉਹ ਗਾ ਸਕਦਾ ਹੈ। ਤੁਹਾਨੂੰ ਟ੍ਰੇਨਿੰਗ ਲੈਣੀ ਚਾਹੀਦੀ ਹੈ। ਇਹ ਥੋੜ੍ਹੀ ਕਿ ਸਵੇਰੇ ਉੱਠ ਕੇ ਤੁਸੀਂ ਕਹੋ ਕਿ ਹੁਣ ਮੈਂ ਗਾਣਾ ਹੈ ਅਤੇ ਫਿਰ ਮੈਂ ਰਿਕਾਰਡ ਵੀ ਕਰਨਾ ਹੈ। ਠੀਕ ਹੈ, ਤੁਸੀਂ ਗਾਓ, ਗਾਣਾ ਗੋਡ ਗਿਫਟ ਵੀ ਬਹੁਤ ਸਾਰੀਆਂ ਚੀਜ਼ਾਂ ਨੇ। ਹਰੇਕ ਸਾਨੂੰ ਹਰੇਕ ਇਨਸਾਨ ਨੂੰ ਗੋਡ ਗਿਫਟ ਵੀ ਬਹੁਤ ਕੁਛ ਮਿਲਿਆ ਹੁੰਦਾ ਆ। ਕੁਛ ਈਵਨ ਸਾਡੇ ਕੋਲ ਜਿਹੜੇ ਸਟੂਡੈਂਟਸ ਆਉਂਦੇ ਨੇ, ਉਹਨਾਂ 'ਚ ਵੀ ਬਹੁਤ ਸਾਰੇ ਸਟੂਡੈਂਟਸ ਇੱਦਾਂ ਦੇ, ਇਹਨਾਂ ਨੂੰ ਗੋਡ ਗਿਫਟ ਹੀ ਇੰਨੀ ਅੱਛੀ ਆਵਾਜ਼ ਮਿਲੀ ਹੁੰਦੀ ਹੈ, ਉਹਨਾਂ ਨੂੰ ਸਾਨੂੰ ਥੋੜ੍ਹਾ ਗਾਈਡ ਕਰਨਾ ਪੈਂਦਾ, ਇੱਕਦਮ ਬਹੁਤ ਅੱਛਾ ਗਾਣ ਲੱਗ ਜਾਂਦੇ ਆ। ਹਾਂ, ਬਸ ਸਿਰਫ ਟੈਕਨੀਕਲ ਪਾਰਟ 'ਤੇ ਕੰਮ ਕਰਨਾ ਪੈਂਦਾ ਉਹਨਾਂ ਨੂੰ, ਜਾਂ ਉਹਨਾਂ ਦੀ ਜਿਹੜੀ ਆਵਾਜ਼ ਨੂੰ ਥੋੜ੍ਹਾ ਜਿਹਾ ਪੋਲਿਸ਼ ਕਰਨਾ ਪੈਂਦਾ ਹੈ। ਲੇਕਿਨ ਕੁਛ ਲੋਕ ਹੁੰਦੇ ਨੇ ਜਿਹੜੇ ਡਿਟਰਮਿਨ ਹੁੰਦੇ ਨੇ, ਲੇਕਿਨ ਬੇਸੁਰੇ ਹੁੰਦੇ ਨੇ, ਬੇਤਾਲੇ ਵੀ ਹੁੰਦੇ ਨੇ, ਅਸੀਂ ਉਹਨਾਂ ਦੀ ਵੀ ਹੈਲਪ ਕਰੀ ਦੀ ਹੈ। ਐਂਡ
ਜਿਵੇਂ ਵੇਖਿਆ ਜਾਏ ਕਿ ਤੁਸੀਂ ਜਿਹੜੇ ਰਿਆਜ਼ ਕਰਵਾਉਂਦੇ ਹੋ ਸਟੂਡੈਂਟਸ ਨੂੰ, ਜਿਹੜੇ ਜਿਨ੍ਹਾਂ ਨੂੰ ਤੁਸੀਂ ਤਰਾਸ਼ਦੇ ਹੋ, ਕੋਵਿਡ-19 ਕਰਕੇ, ਕੋਰੋਨਾ ਵਾਇਰਸ ਕਰਕੇ, ਕੀ ਤੁਹਾਡੀ ਕਲਾਸਿਸ ਨੂੰ ਕੁਝ ਅਫੈਕਟ ਹੋਇਆ, ਲਾਈਕ ਚਿਲਡਰਨ, ਲਾਈਕ ਜਿਹੜੇ ਸਿੱਖਦੇ ਆ ਜੀ ਉਹਨਾਂ ਜੀ ਦੀ ਜੀ ਜੀ ਕਲਾਸਿਸ ਕਿਵੇਂ ਤੁਸੀਂ ਬਿਲਕੁਲ handle ਕਰਦੇ ਬਿਲਕੁਲ ਇਫੈਕਟ ਹੋਇਆ, ਬਿਲਕੁਲ ਹੀ ਲੋਕਡਾਊਨ 'ਚ ਤਾਂ ਬਿਲਕੁਲ ਕਲਾਸਿਸ ਸਾਡੀਆਂ ਬੰਦ ਹੀ ਰਹੀਆਂ, ਆਲਮੋਸਟ 3 ਮਹੀਨੇ ਤੱਕ ਕੋਈ ਕਲਾਸਿਸ ਨਹੀਂ ਸੀ। ਲੇਕਿਨ ਹੁਣ ਥੋੜ੍ਹਾ ਆਈ ਮੀਨ 2-3 ਵੀਕਾਂ ਤੋਂ ਆਨਲਾਈਨ ਕਲਾਸਿਸ ਸਟਾਰਟ ਹੋਈਆਂ ਨੇ, ਅਤੇ ਆਨਲਾਈਨ ਥੋੜ੍ਹਾ ਬਹੁਤ ਹੀ, ਪਰ ਜਸਟ 25% ਹੈ ਜਿਹੜੇ ਸਟੂਡੈਂਟਸ ਆਨਲਾਈਨ ਲੈ ਰਹੇ ਨੇ, ਬਾਕੀ ਜਿਹੜੇ ਆ ਉਹ ਹੁਣ ਲੈਟਸ ਸੀ, ਦੇਖਦੇ ਹਾਂ ਕਿੱਦਾਂ ਹੁੰਦਾ। ਹੁਣ ਜਿਸ ਤਰ੍ਹਾਂ ਖੁੱਲ੍ਹਦਾ ਲੋਕਡਾਊਨ ਜਾਂ ਦੁਬਾਰਾ ਤੋਂ ਹੌਲੀ ਹੌਲੀ ਵਾਪਸ ਤੋਂ, ਮੈਨੂੰ ਲੱਗਦਾ ਅਜੇ ਟਾਈਮ ਲੱਗਣਾ ਹੈਗਾ, 2-3-4 ਮਹੀਨੇ ਲੱਗ ਜਾਣੇ ਨੇ ਉਹ ਨੋਰਮਲ ਸਾਨੂੰ ਉੱਥੇ ਤੱਕ ਪਹੁੰਚਣ ਨੂੰ। ਮਤਲਬ ਫੇਸ ਟੂ ਫੇਸ ਤੁਸੀਂ ਹਾਲੇ ਵੀ ਸਟਾਰਟ ਨਹੀਂ ਕੀਤਾ? ਅਜੇ ਨਹੀਂ ਸਟਾਰਟ ਕੀਤਾ, ਅਜੇ ਜਿੰਨੀਆਂ ਵੀ ਕਲਾਸਿਸ ਆਨਲਾਈਨ ਹੀ ਹੋ ਰਹੀਆਂ ਨੇ, ਜ਼ੂਮ 'ਤੇ ਕਰ ਰਹੇ ਹਾਂ ਜਾਂ ਵਟਸਐਪ ਵੀਡੀਓਜ਼ 'ਤੇ ਕਰ ਰਹੇ ਹਾਂ। ਐਂਡ ਜਿਵੇਂ ਕਿ ਅਸੀਂ ਜੇ ਵੇਖੀਏ ਕਿ ਮਿਊਜ਼ਿਕ ਨੂੰ ਲੈ ਕੇ, ਕਿ ਮਿਊਜ਼ਿਕ ਨੂੰ ਲੈ ਕੇ ਤੁਹਾਡੇ ਪਰਸਨਲ ਲਾਈਫ 'ਤੇ ਦਾ ਕੋਈ ਅਸਰ ਹੋਇਆ? ਜਿਵੇਂ ਕਿ ਕਹਿੰਦੇ ਕਿ ਜਿਹੜੇ ਗਾਉਂਦੇ ਹੈ, ਜਿਹੜੇ ਬੰਦੇ ਮਿਊਜ਼ਿਕ ਦਾ ਰਿਆਜ਼ ਕਰਦੇ ਹੈ, ਉਹਨਾਂ ਦੀ ਪਰਸਨੈਲਿਟੀ 'ਚ ਬਹੁਤ ਚੇਂਜ ਆਉਂਦਾ ਹੈ। ਕੀ ਤੁਸੀਂ ਇਸ ਗੱਲ ਨਾਲ ਸਹਿਮਤ? ਹਾਂਜੀ ਹਾਂਜੀ, ਬਿਲਕੁਲ ਬਿਲਕੁਲ। ਮਿਊਜ਼ਿਕ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇੱਕ ਆਪਣੇ ਆਪ 'ਚ ਇੱਕ ਤਪੱਸਿਆ ਆ, ਇਹਨੂੰ ਇਹ ਸਾਧਨਾ ਆ। ਜਦੋਂ ਤੁਸੀਂ ਮਿਊਜ਼ਿਕ ਬੱਚਿਆਂ ਨੂੰ ਸਿਖਾਉਣਾ ਸ਼ੁਰੂ ਕਰ ਦਿੰਦੇ ਆ, ਜਦੋਂ ਉਹ ਪ੍ਰੈਕਟਿਸ ਕਰਦੇ ਆ, ਉਹਦਾ ਕਨੈਕਸ਼ਨ ਡਾਇਰੈਕਟ ਰੱਬ ਨਾਲ ਬਣ ਜਾਂਦਾ ਆ। ਉਹਦਾ ਡੈਫੀਨੇਟਲੀ ਜਦੋਂ ਸਾਡਾ ਕਨੈਕਸ਼ਨ ਰੱਬ ਨਾਲ ਬਣਿਆ, ਉਹਦਾ ਅਸਰ ਤਾਂ ਹੋਣਾ ਹੀ ਹੋਣਾ ਹੈ। ਸਾਡੀ ਪਰਸਨੈਲਿਟੀ, ਅਸੀਂ ਸੌਫਟ ਹੋ ਜਾਂਦੇ ਹਾਂ, ਅਸੀਂ ਕਿਸੇ ਨੂੰ ਦੁੱਖ ਨਹੀਂ ਦੇ ਸਕਦੇ ਜਾਂ ਅਸੀਂ ਕ੍ਰਾਈਮ ਨਹੀਂ ਕਰ ਸਕਦੇ। ਇਹਨਾਂ ਸਾਰੀਆਂ ਚੀਜ਼ਾਂ ਦੇ ਉੱਪਰ ਕੰਮ ਕਰਦਾ ਮਿਊਜ਼ਿਕ ਬਹੁਤ। ਐਂਡ ਬਹੁਤ ਕੰਮ ਤੁਹਾਡੀ ਲਾਈਫ ਕਰਦਾ। ਵਿੱਚ ਕਿਵੇਂ ਵੀ ਕਿ ਇਫ ਯੂ ਡੋਨਟ ਮਾਈਂਡ, ਆਰਟਿਸਟ ਲੋਕ ਕਾਫੀ ਸੌਫਟ ਹੁੰਦੇ ਆ। ਹਾਂਜੀ, ਸੌਫਟ ਹੁੰਦੇ ਆ ਔਰ ਨਾਜ਼ੁਕ ਜਿਹੇ ਹੁੰਦੇ ਆ। ਕ੍ਰਾਈਮ ਦੇਖ ਨਹੀਂ ਸਕਦੇ, ਕਿਸੇ ਨਾਲ ਇਨਜਸਟਿਸ ਹੁੰਦਾ ਉਹ ਦੇਖ ਨਹੀਂ ਸਕਦੇ, ਕਾਫੀ ਤਕਲੀਫ ਹੁੰਦੀ ਆ। ਈਵਨ ਜਿਹੜਾ ਗਾਣਾ ਵਜਾਣਾ ਜਿਹੜਾ ਬੇਸੁਰਾ ਹੋ ਰਿਹਾ, ਉਹਨੂੰ ਵੀ ਦੇਖ ਕੇ ਕਾਫੀ ਤਕਲੀਫ ਹੁੰਦੀ ਆ। ਕਾਫੀ ਪਰੇਸ਼ਾਨ ਹੁੰਦੇ ਆ। ਜੋ ਵੀ ਮਿਊਜ਼ਿਕ ਇੰਡਸਟਰੀ 'ਚ ਜੋ ਕੁਛ ਹੁਣ ਅੱਜ ਕੱਲ੍ਹ ਹੋ ਰਿਹਾ ਹੈਗਾ, ਉਹਨਾਂ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਤਕਲੀਫ ਤਾਂ ਹੁੰਦੀ ਆ ਸਾਨੂੰ। ਐਂਡ ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛਣਾ ਸੀ ਕਿ ਜਿਹੜੇ ਤੁਸੀਂ ਮਿਊਜ਼ਿਕ ਕਲਾਸਿਸ ਦਿੰਦੇ ਹੋ, ਤੁਸੀਂ ਲਾਈਕ ਉਹ ਕਿੱਥੋਂ ਦਿੰਦੇ ਹੋ? ਲਾਈਕ ਤੁਸੀਂ ਲੰਡਨ ਵਿੱਚ ਕਿਹੜੇ ਏਰੀਆਜ਼ ਵਿੱਚ ਦਿੰਦੇ ਹੋ? ਸਿਰਫ ਇੱਥੇ ਦਿੰਦੇ ਹੋ ਜਾਂ ਹੋਰ ਵੀ ਕਿਤੇ? ਵੈਸੇ ਜ਼ਿਆਦਾ ਜਿਹੜਾ ਸਾਡਾ ਕੰਮ ਹੈਗਾ ਆ, ਮੈਂ ਜ਼ਿਆਦਾ ਬਹੁਤ ਦੂਰ ਦੂਰ ਨਹੀਂ ਮੂਵ ਕਰਦੀ। ਵੈਸਟ ਲੰਡਨ ਦੇ ਵਿੱਚ ਹੀ ਆ। ਜਿੰਨੀਆਂ ਵੀ ਵਰਕਸ਼ਾਪਸ ਵੀ ਆ ਉਹ ਵੀ ਨੇੜੇ ਤੇੜੇ ਨਹੀਂ। ਇੱਥੇ ਹੇਜ਼ ਦੇ ਵਿੱਚ ਨੇ 1-2 ਵਰਕਸ਼ਾਪਸ, ਹੈਰੋ ਦੇ ਵਿੱਚ ਹੈ ਔਰ ਹੈਸਟਨ ਦੇ ਵਿੱਚ ਹੈ, ਹੌਂਸਲੋ ਦੇ ਵਿੱਚ ਹੈ, ਮਤਲਬ ਨੀਅਰ ਬਾਏ ਏਰੀਆਜ਼ ਦੇ ਵਿੱਚ ਹੀ ਨੇ। ਹਾਂਜੀ। ਐਂਡ ਤੁਸੀਂ ਕੀ ਨਿਊ ਕਮਰਸ ਨੂੰ ਵੀ ਲੈ ਰਹੇ ਹੋ ਹਾਲੇ ਵੀ, ਲਾਈਕ ਕਿ ਹਾਂ, ਜਿਵੇਂ ਕਹਿ ਸਕਦੇ ਹਾਂ ਐਡਮਿਸ਼ਨ, ਕਿ ਤੁਸੀਂ ਲੈ ਰਹੇ ਹੋ ਹੋਰ ਵੀ ਸਟੂਡੈਂਟਸ ਨੂੰ, ਨਵੇਂ ਕਿਉਂਕਿ students ਹੁਣ ਜਿਸ ਤਰ੍ਹਾਂ ਹੁਣ ਲੋਕਡਾਊਨ ਚੱਲਦਾ ਪਿਆ, ਅਜੇ ਤਾਂ ਵਿਜ਼ਿਟ 'ਤੇ ਕੋਈ ਕਰ ਨਹੀਂ ਰਿਹਾ। ਜਿਹੜੇ ਪੁਰਾਣੇ ਸਟੂਡੈਂਟਸ ਆਲਰੇਡੀ ਸਿੱਖ ਰਹੇ ਆ ਉਹ ਆਨਲਾਈਨ ਆ ਗਏ ਨੇ, ਜ਼ੂਮ ਤੋਂ ਸਿੱਖ ਰਹੇ ਨੇ, ਜ਼ੂਮ 'ਤੇ ਆ ਰਹੇ ਨੇ, ਵਟਸਐਪ ਵੀਡੀਓ 'ਤੇ ਸਿੱਖ ਰਹੇ ਨੇ। ਬਾਕੀ ਕੁਛ ਨਵੇਂ ਸਟੂਡੈਂਟਸ ਵੀ ਆ ਰਹੇ ਨੇ। ਹੁਣ ਅਜੇ ਤਾਂ ਸਿਰਫ ਆਨਲਾਈਨ ਹੀ ਕਰ ਰਹੇ ਹਾਂ ਅਜੇ ਅਸੀਂ 1-to-1 ਪਰਸਨਲ ਨਹੀਂ ਮਿਲ ਰਹੇ ਹੈਗੇ। ਐਂਡ ਜਿਨ੍ਹਾਂ ਨੂੰ ਮਿਊਜ਼ਿਕ ਦਾ ਬਹੁਤ ਸ਼ੌਂਕ ਹੈ, ਜੋ ਵੀ ਕਿ ਮਿਊਜ਼ਿਕ ਨੂੰ ਐਜ਼ ਅ ਕਰੀਅਰ ਪਰਸਿਊ ਕਰਨਾ ਚਾਹੁੰਦੇ ਨੇ, ਜਾਂ ਜੋ ਵੀ ਕਿ ਕਹਿ ਸਕਦੇ ਹਾਂ ਕਿ ਸਿਰਫ ਪੈਸ਼ਨ ਵਾਸਤੇ ਵੀ ਸਿੱਖਣਾ ਚਾਹੁੰਦੇ ਨੇ, ਉਹ ਤੁਹਾਨੂੰ ਕਿਵੇਂ ਕੰਟੈਕਟ ਕਰਨ, ਕਿ ਤੁਹਾਡੀ ਪਹੁੰਚ ਵਿੱਚ ਕਿਵੇਂ ਆਉਣ? ਆਨਲਾਈਨ ਸਾਡਾ ਹੈਗਾ ਆ। ਅਗਰ ਉਹ ਸਰਚ ਇੰਜਨ 'ਚ ਪਾਉਂਦੇ ਆ ਲਾਈਕ ਹਿੰਦੁਸਤਾਨੀ ਮਿਊਜ਼ਿਕ ਜਾਂ ਇੰਡੀਅਨ ਮਿਊਜ਼ਿਕ ਇਨ ਵੈਸਟ ਲੰਡਨ ਜਾਂ ਇੰਡੀਅਨ ਮਿਊਜ਼ਿਕ ਇਨ ਹੌਂਸਲੋ ਲਾਈਕ ਦੈਟ, ਸਾਡਾ ਆ ਜਾਂਦਾ। They can find me. ਥੈਂਕ ਯੂ ਵੈਰੀ ਮਚ ਜੀ ਰਵੀਨਾ ਜੀ। ਮੈਮ, ਤੁਸੀਂ ਸਾਨੂੰ ਇੰਨਾ ਕੀਮਤੀ ਵਕਤ ਦਿੱਤਾ ਹੈ, ਤੁਸੀਂ ਸਾਨੂੰ ਇੰਨੀ ਵਧੀਆ ਜਾਣਕਾਰੀ ਦਿੱਤੀ, ਇੰਨੀ ਅਨਮੁੱਲੀ ਜਾਣਕਾਰੀ ਦਿੱਤੀ ਅਬਾਊਟ ਯੋਰ ਕਰੀਅਰ, ਸੰਗੀਤ ਬਾਰੇ ਨਾ ਕੁਝ ਦੱਸਿਆ ਸਾਨੂੰ, ਐਂਡ ਜੋ ਸਿੱਖ ਰਹੇ ਆ ਲਰਨਰਸ ਬਾਰੇ ਵੀ ਤੁਸੀਂ ਸਾਨੂੰ ਬਹੁਤ ਜਾਣਕਾਰੀ ਦਿੱਤੀ। ਐਂਡ ਥੈਂਕ ਯੂ ਵੈਰੀ ਮਚ ਫॉर ਜੁਆਇਨਿੰਗ ਅਸ। Thank you very much for having me ਜੀ। No problem. Thank you. Pleasure is all ours. ਜੀ। ਐਂਡ ਇਹ ਸਨ ਰਵੀਨਾਜੀਤ ਕੌਰ ਮੈਮ ਜੀ, ਜਿਨ੍ਹਾਂ ਨੇ ਸਾਨੂੰ ਬਹੁਤ ਹੀ ਵਧੀਆ ਤੇ ਅਨਮੁੱਲੀ ਜਾਣਕਾਰੀ ਦਿੱਤੀ ਸੰਗੀਤ ਬਾਰੇ। ਐਂਡ ਉਮੀਦ ਕਰਦੀ ਹਾਂ ਕਿ ਤੁਹਾਨੂੰ ਵੀ ਇਹ ਖਾਸ ਮੁਲਾਕਾਤ ਬਹੁਤ ਵਧੀਆ ਲੱਗੀ ਹੋਏਗੀ ਇਹਨਾਂ ਨਾਲ। ਐਂਡ ਅਸੀਂ ਤੁਹਾਨੂੰ ਮਿਲਾਂਗੇ ਅਗਲੇ ਸੈਗਮੈਂਟ ਵਿੱਚ। ਉਦੋਂ ਤੱਕ ਸਤਿ ਸ਼੍ਰੀ ਅਕਾਲ।